ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਨੂਰ ਟਾਈਮ ਟੀਵੀ ਚੈਨਲ। ਤੁਹਾਨੂੰ ਦਿਖਾਉਂਦੇ ਅੱਜ ਦੀ ਨਵੀਂ ਅਪਡੇਟ। ਮੈਂ ਚੀਫ ਮੀਡੀਆ ਪੈਨਲਿਸਟ ਹਾਂ ਪੰਜਾਬ ਕਾਂਗਰਸ ਦਾ ਤੇ ਸਪੋਕਸਪਰਸਨ ਹਾਂ ਜੀ। ਤੇ ਅੱਜ ਦਾ ਜਿਹੜਾ ਮੁੱਦਾ ਹੈਗਾ ਉਹ ਇਹ ਹੈ ਕਿ ਦੇਸ਼ ਦੇ ਵਿੱਚ ਜਿਹੜਾ ਲੋਕ ਰਾਜ ਹੈ ਉਹਦੇ ਜਿਹੜੇ ਬੇਸਿਕ ਥੰਮ ਹੁੰਦੇ ਨੇ ਜਾਂ ਬੇਸਿਕ ਪ੍ਰਿੰਸੀਪਲ ਨੇ ਉਹਨਾਂ ਨੂੰ ਇੱਕ ਨੈਰੇਟਿਵ ਦੇ ਬੇਸ ਦੇ ਉੱਤੇ ਟਾਲ ਆਈ ਜਾ ਰਹੀ ਹੈ। ਹੌਲੀ ਹੌਲੀ ਉਹਨਾਂ ਨੂੰ ਡਿਸਮੈਂਟਲ ਕੀਤਾ ਜਾ ਰਿਹਾ ਹੈ, ਜਿਹਦਾ ਨੁਕਸਾਨ ਜਿਹੜਾ ਹੈ ਉਹ ਦੇਸ਼ ਨੂੰ ਅਗਾਂਹ ਵੱਧ ਕੇ ਬਹੁਤ ਜ਼ਿਆਦਾ ਹੋ ਸਕਦਾ ਹੈ। ਇਸ ਕਰਕੇ ਕਾਂਗਰਸ ਪਾਰਟੀ ਨੇ ਇਸ ਨੂੰ ਆਪਦਾ ਮੁੱਦਾ ਬਣਾਇਆ ਹੈ ਕਿ ਇਹ ਘਰ ਘਰ ਗੱਲ ਪਹੁੰਚਾਈ ਜਾਵੇ ਕਿ ਜੇ ਲੋਕ ਰਾਜ ਜਿਉਂਦਾ ਹੈ, ਲੋਕ ਰਾਜ ਦੁਨੀਆ 'ਚ ਮੰਨੇ ਆਧਾਰ ਦੇ ਉੱਤੇ ਜਿਹੜਾ ਹੈ ਉਸ 'ਤੇ ਚੱਲਦਾ ਹੈ, ਜਿਹਦੇ ਵਿੱਚ ਪ੍ਰੈਸ ਦੀ ਆਜ਼ਾਦੀ ਹੈ, ਜਿਹਦੇ ਵਿੱਚ ਜੁਡੀਸ਼ਰੀ ਦੀ ਆਜ਼ਾਦੀ ਹੈ, ਜਿਹਦੇ ਵਿੱਚ ਐਗਜ਼ੈਕਟਿਵ ਦਾ ਆਪਣਾ ਰੋਲ ਹੈ ਅਤੇ ਨਾਲ ਹੀ ਅਪੋਜੀਸ਼ਨ ਦਾ ਆਪਣਾ ਰੋਲ ਹੈ। ਉਸ ਆਵਾਜ਼ ਨੂੰ, ਚਾਹੇ ਉਹ ਮੀਡੀਆ ਦੀ ਆਵਾਜ਼ ਹੈ, ਚਾਹੇ ਉਹ ਸੰਸਥਾਵਾਂ ਦੀ ਆਵਾਜ਼ ਹੈ ਜਿਹੜੀਆਂ ਲੋਕ ਰਾਜ ਨੂੰ ਕਾਇਮ ਰੱਖਦੀਆਂ ਨੇ, ਚਾਹੇ ਉਹ ਆਵਾਜ਼ ਲੈਜਿਸਲੇਚਰ ਦੀ ਹੈ ਪਾਰਲੀਮੈਂਟ ਦੇ ਵਿੱਚ ਅਤੇ ਪਾਰਲੀਮੈਂਟ ਦੇ ਬਾਹਰ, ਉਸ ਆਵਾਜ਼ ਨੂੰ ਜਿਹੜਾ ਹੈ ਉਹ ਦਬਾਇਆ ਨਾ ਜਾਵੇ, ਉਹਨੂੰ ਕੋਈ ਦਬਾਉਣ ਦੀ ਕੋਸ਼ਿਸ਼ ਨਾ ਕਰੇ। ਅਤੇ ਜੇ ਉਹ ਕੋਈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਘਰ ਘਰ ਲੋਕਾਂ ਨੂੰ ਇਹ ਆਵਾਜ਼ ਦੱਸੀ ਜਾਵੇ ਕਿ ਭਾਈ ਲੋਕ ਰਾਜ ਜਿਹੜਾ ਉਹ ਖਤਰੇ ਦੇ ਵਿੱਚ ਹੈ। ਇਹਦੇ 'ਚ ਆਵਾਜ਼ ਤਾਂ ਦਬਾਅ ਜਿਹੜੇ ਰਹੇ, ਦੇਖੋ ਉਹਦੇ ਤੁਹਾਨੂੰ ਸਬੂਤ ਮਿਲਦੇ ਹੁੰਦੇ ਹੈ। ਭਾਰਤ ਦੀ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਕੇਂਦਰ ਦੀ ਸਰਕਾਰ ਨੂੰ ਕੁਝ ਨਾਂ ਭੇਜੇ ਜੱਜਾਂ ਦੀ ਅਪੁਆਇੰਟਮੈਂਟ ਵਾਸਤੇ। ਉਹ ਇੰਨੇ ਡਿਲੇ ਹੋ ਗਏ ਕਿ ਕੇਂਦਰ ਦੀ ਤੇ ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਜੇ ਤੁਸੀਂ ਛੇਤੀ ਨਾ ਅਪਰੂਵ ਨਹੀਂ ਕਰਦੇ ਤਾਂ ਸਾਨੂੰ ਕੁਝ ਸਖਤ ਫੈਸਲੇ ਲੈਣੇ ਪੈਣਗੇ। ਇਹਦਾ ਮਤਲਬ ਜੁਡੀਸ਼ਰੀ ਨੂੰ ਕਿਤੇ ਨਾ ਕਿਤੇ ਐਗਜ਼ੈਕਟਿਵ ਦੇ ਰੋਲ ਦੇ ਉੱਤੇ ਸ਼ੱਕ ਪਿਆ। ਇਸੇ ਤਰ੍ਹਾਂ ਜਦੋਂ ਚੋਣ ਕਮਿਸ਼ਨ ਨੂੰ ਨਿਯੁਕਤ ਕੀਤਾ ਗਿਆ ਤਾਂ ਭਾਰਤ ਦੀ ਉੱਚ ਨਿਆਲਿਆ ਨੇ ਫਿਰ ਪੁੱਛਿਆ ਕਿ ਸਰਕਾਰ ਦੱਸੇ, ਸਰਕਾਰ ਦਾ ਮਤਲਬ ਹੈ ਕੇਂਦਰ ਸਰਕਾਰ ਦੱਸੇ ਕਿ ਚੋਣ ਕਮਿਸ਼ਨਰ ਜਿਹੜੇ ਆ ਉਹ ਕਿਸ ਤਰ੍ਹਾਂ ਨਿਯੁਕਤ ਕੀਤੇ ਜਾਂਦੇ ਹਨ। ਜਦੋਂ ਦੱਸਿਆ ਗਿਆ ਤਾਂ ਸੁਪਰੀਮ ਕੋਰਟ ਨੇ ਉਹਦੇ ਉੱਤੇ ਇਹ ਫੈਸਲਾ ਦਿੱਤਾ ਕਿ ਅੱਗੇ ਤੋਂ ਚੋਣ ਕਮਿਸ਼ਨਰ ਜਿਹੜੇ ਆ ਉਹ ਇਸ ਤਰ੍ਹਾਂ ਨਿਯੁਕਤ ਕੀਤੇ ਜਾਣਗੇ ਤਾਂ ਕਿ ਉਹਨਾਂ ਦੀ ਨਿਊਟਰੈਲਿਟੀ ਅਤੇ ਫੇਅਰ ਇਲੈਕਸ਼ਨ ਜਿਹੜਾ ਉਹ ਭਾਰਤ ਦੇ ਵਿੱਚ ਕਰਵਾਇਆ ਜਾ ਸਕੇ। ਚੋਣ ਕਮਿਸ਼ਨ ਇੱਕ ਬਹੁਤ ਵੱਡੀ ਸੰਸਥਾ ਹੈ ਲੋਕ ਰਾਜ ਦੇ ਵਾਸਤੇ। ਇਹਦਾ ਮਤਲਬ ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਦੀ ਸਰਕਾਰ ਜਿਹੜੀ BJP ਦੀ ਹੈ ਉਹ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਨੇ ਕੁਝ ਭਾਸ਼ਣ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕੁਝ ਆਰਥਿਕ ਜਿਹੜੀਆਂ ਦੇਸ਼ ਦੇ ਵਿੱਚ ਘੁਟਾਲੇ ਹੋਏ ਨੇ ਉਹਨਾਂ ਦਾ ਜ਼ਿਕਰ ਕੀਤਾ, ਜਿਹਦੇ ਵਿੱਚੋਂ 20,000 ਕਰੋੜ ਰੁਪਇਆ ਇੱਕ ਸ਼ੈਲ ਕੰਪਨੀ ਅਦਾਨੀ ਜੀ ਦੇ ਉਹਦੇ ਵਿੱਚ ਵੀ ਆਇਆ ਅਕਾਊਂਟ ਦੇ ਵਿੱਚ। ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਜੀ ਨੇ ਪੁੱਛਿਆ ਕਿ ਭਾਈ ਇਹ ਪੈਸਾ ਕਿਹਦਾ ਹੈ। ਉਸ ਆਵਾਜ਼ ਨੂੰ ਦੱਬਣ ਵਾਸਤੇ ਪਾਰਲੀਮੈਂਟ ਦੀ ਦੁਨੀਆ ਦੀ ਹਿਸਟਰੀ ਦੇ ਵਿੱਚ ਲੋਕ ਰਾਜ ਦੇ ਵਿੱਚ ਅੱਜ ਤੱਕ ਕਦੇ ਵੀ, ਚਾਹੇ ਉਹ USA ਦੀ ਸੈਨੇਟ ਹੈ, ਚਾਹੇ ਉਹ ਇੰਗਲੈਂਡ ਦੀ ਪਾਰਲੀਮੈਂਟ ਹੈ, ਚਾਹੇ ਉਹ ਜਰਮਨ ਦੀ ਰਿਕ ਹੈ, ਕਿਸੇ ਨੂੰ ਵੀ ਰੂਲਿੰਗ ਪਾਰਟੀ ਨੇ ਅੱਜ ਤੱਕ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਰੂਲਿੰਗ ਪਾਰਟੀ ਦੀ ਹਮੇਸ਼ਾ ਇਹ ਹੁੰਦੀ ਹੈ ਕੋਸ਼ਿਸ਼ ਕਿ ਕਿਸੇ ਤਰੀਕੇ ਨਾਲ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਸੈਸ਼ਨ ਜਿਹੜੇ ਆ ਉਹ ਚੱਲਦੇ ਰਹਿਣ। ਅਪੋਜੀਸ਼ਨ ਪਾਰਟੀਆਂ ਡਿਸਰਪਟ ਕਰਦੀਆਂ ਹੁੰਦੀਆਂ। ਪਹਿਲੀ ਵਾਰੀ ਹਿਸਟਰੀ ਕ੍ਰੀਏਟ ਕੀਤੀ ਗਈ ਕਿ ਰੂਲਿੰਗ ਪਾਰਟੀ BJP ਨੇ ਉਹਨਾਂ ਦੇ ਮੈਂਬਰ ਪਾਰਲੀਮੈਂਟਾਂ ਨੇ ਜਿਹੜਾ ਉਹ ਪਾਰਲੀਮੈਂਟ ਦੇ ਸੈਸ਼ਨ ਨੂੰ ਰੱਦ ਕਰਵਾਇਆ ਅਤੇ ਉਹਦੇ ਵਿੱਚ ਹੱਲਾ ਗੁੱਲਾ ਕਰਕੇ ਉਹਦੀ ਜਿਹੜੀ ਪਾਰਲੀਮੈਂਟ ਦੀ ਕਾਰਵਾਈ ਹੋਣ ਨਹੀਂ ਦਿੱਤੀ। ਉਹ ਵੀ ਇੱਕ ਲੋਕ ਰਾਜ ਨੂੰ ਢਾਹ ਲਾਉਣ ਵਾਲੀ ਗੱਲ ਸੀ ਕਿ ਸਖਤੇ ਦਾ 37-20 ਸਖਤੇ ਦਾ ਜਿਹੜਾ ਹੈ ਉਹ 37-20 ਲੋਕ ਰਾਜ ਦੇ ਵਿੱਚ ਸਿਰਫ ਸਰਕਾਰ ਬਣਾਉਣ ਤੱਕ ਹੁੰਦਾ ਹੈ। ਜਦੋਂ ਸਰਕਾਰ ਬਣ ਜਾਂਦੀ ਹੈ, ਜਿਹੜਾ ਬੰਦਾ ਲੋਕ ਰਾਜ ਦੇ ਵਿੱਚ ਮੈਜੋਰਟੀ ਲੈਂਦਾ ਹੈ, ਉਸ ਤੋਂ ਬਾਅਦ ਚਾਰੇ ਥੰਮਾਂ ਦਾ ਸਤਿਕਾਰ ਜਿਹੜਾ ਉਹ ਸਰਕਾਰ ਨੂੰ ਕਰਨਾ ਪੈਂਦਾ ਹੈਗਾ, ਚਾਹੇ ਉਹ ਐਗਜ਼ੈਕਟਿਵ ਹੋਵੇ, ਚਾਹੇ ਲੈਜਿਸਲੇਚਰ ਹੋਵੇ, ਚਾਹੇ ਉਹ ਜਿਹੜੀ ਹੈ ਜੁਡੀਸ਼ਰੀ ਹੋਵੇ, ਚਾਹੇ ਉਹ ਮੀਡੀਆ ਹੋਵੇ। ਇਹਨਾਂ ਚਾਰਾਂ ਦਾ ਜਿਹੜਾ ਆਪਦਾ ਰੋਲ ਹੈ, ਚੈੱਕਸ ਐਂਡ ਬੈਲੈਂਸਿਸ ਹੈ। ਉਹਦੀ ਇੱਕ ਉਦਾਹਰਣ ਜਿਹੜੀ ਹੈ ਸਭ ਤੋਂ ਵੱਡੀ ਉਹ ਸੀਗੀ ਰਾਹੁਲ ਗਾਂਧੀ ਜੀ ਦੀ ਜਿਹੜੀ ਸਦੱਸਤਾ ਖਤਮ ਕਰਨੀ ਪਾਰਲੀਮੈਂਟ ਦੀ। ਉਹ ਵੀ ਇੱਕ ਉਦਾਹਰਣ ਹੈ ਕਿ ਲੋਕ ਰਾਜ ਦੇ ਵਿੱਚ ਆਵਾਜ਼ ਜਿਹੜੀ ਹੈ ਉਹ ਇਸ ਤਰ੍ਹਾਂ ਦੱਬੀ ਜਾ ਸਕਦੀ ਹੈ। ਉਹਦੇ ਵਿੱਚ 2019 ਦੇ ਭਾਸ਼ਣ ਦਿੱਤਾ ਕੋਲਾਰ ਦੇ ਵਿੱਚ, ਜਿਸ MLA ਦਾ ਕੋਈ
ਮੋਦੀ ਨਾਂ ਦਾ ਉਹ ਨਾਂ ਵੀ ਨਹੀਂ ਲਿਖਦਾ ਸੀਗਾ, ਉਸ ਨੇ ਜਾ ਕੇ ਸੂਰਤ ਦੇ ਵਿੱਚ ਕੇਸ ਕੀਤਾ ਕਿ ਮੋਦੀ ਸੰਪਰਦਾਇ ਨੂੰ ਜਿਹੜੀ ਆ ਉਹ ਡਿਫੇਮ ਕੀਤਾ ਗਿਆ ਹੈ। ਉਹਦੇ ਵਾਸਤੇ ਆਪ ਹੀ ਉਸ ਸ਼ਖਸ ਨੇ ਸਟੇ ਲਿਆ ਹਾਈ ਕੋਰਟ ਤੋਂ, ਆਪ ਹੀ ਉਸ ਸ਼ਖਸ ਨੇ ਰਾਹੁਲ ਗਾਂਧੀ ਜੀ ਦਾ ਭਾਸ਼ਣ ਸੁਣਨ ਤੋਂ ਬਾਅਦ ਉਹਨੂੰ ਹਦਾਇਤਾਂ ਗਈਆਂ ਹੋਣੀਆਂ ਆਪਦੇ, ਕਿਉਂਕਿ ਬੀਜੇਪੀ ਦਾ ਐਮਐਲਏ ਸੀ, ਉਹਨੇ ਉਹ ਸਟੇ ਵਾਪਸ ਲਿਆ। ਸਟੇ ਵਾਪਸ ਲੈਣ ਤੋਂ 15 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹ ਫੈਸਲਾ ਹੋ ਗਿਆ, ਤੇ ਫੈਸਲਾ ਹੋਣ ਤੋਂ ਅਗਲੇ ਦਿਨ ਜਿਹੜੀ ਉਹ ਸਦੱਸਿਆ ਖਤਮ ਕਰ ਦਿੱਤੀ ਗਈ, ਜਦ ਕਿ ਸਦੱਸਿਆ ਖਤਮ ਹੋ ਸਕਦੀ ਸੀ ਅਗਲੇ ਦਿਨ, ਪਰ ਸਦੱਸਿਆ ਖਤਮ ਕਰਨ ਦਾ ਅਧਿਕਾਰ ਕੇਵਲ ਰਾਸ਼ਟਰਪਤੀ ਕੋਲੇ ਹੈ ਸੰਵਿਧਾਨ ਦੀ ਧਾਰਾ 102 ਦੇ ਤਹਿਤ। 102 ਦੇ ਤਹਿਤ ਸਦੱਸਿਆ ਖਤਮ ਹੁੰਦੀ ਹੈ, ਤੇ ਸੰਵਿਧਾਨ ਦੀ ਧਾਰਾ ਜਿਹੜੀ 103 ਹੈ ਜੋ ਤੁਸੀਂ ਪੜ੍ਹਦੇ ਹੋ, ਉਹਦੇ 'ਚ ਲਿਖਿਆ ਕਿ 2 ਦੀ ਧਾਰਾ ਦੇ ਵਿੱਚ 102 ਦੇ ਵਿੱਚ ਜੋ ਤੁਸੀਂ ਕਿਸੇ ਦੀ ਸਦੱਸਿਆ ਖਤਮ ਕਰੋਗੇ ਤਾਂ ਉਹ ਰਾਸ਼ਟਰਪਤੀ ਖਤਮ ਕਰੇਗਾ, ਜਦ ਕਿ ਉਹਦੇ ਸਪੀਕਰ ਕੋਲੇ ਕੋਈ ਅਧਿਕਾਰ ਨਹੀਂ ਹੈਗਾ। ਇਹ ਕੋਈ ਵੀ ਪੜ੍ਹ ਸਕਦਾ ਹੈ। ਔਰ ਭਾਰਤ ਦੇ ਵਿੱਚ ਕੋਈ ਵੀ ਕਾਨੂੰਨ ਚਾਹੇ ਉਹ ਕਿਸੇ ਨੇ ਬਣਾਇਆ ਹੋਵੇ ਉਹ ਸੰਵਿਧਾਨ ਤੋਂ ਉੱਤੇ ਨਹੀਂ ਹੋ ਸਕਦਾ। ਔਰ ਕਿਉਂਕਿ ਸਹੁੰ ਖਾਧੀ ਜਾਂਦੀ ਹੈ, ਰਾਸ਼ਟਰਪਤੀ ਸਹੁੰ ਖਾਂਦਾ ਹੈ ਕਿ ਮੈਂ ਸੰਵਿਧਾਨ ਦੀ ਰਾਖੀ ਕਰਾਂਗਾ, ਪ੍ਰਧਾਨ ਮੰਤਰੀ ਦੀ ਸਹੁੰ ਤੇ ਰਾਸ਼ਟਰਪਤੀ ਦੀ ਸਹੁੰ ਜਿਹੜੀ ਚੱਕਦੇ ਨੇ, ਜੇ ਤੁਸੀਂ ਧਿਆਨ ਨਾਲ ਵੇਖੋ ਦੋਨਾਂ 'ਚ ਬੜਾ ਫਰਕ ਹੈ। ਰਾਸ਼ਟਰਪਤੀ ਸਹੁੰ ਚੱਕਦਾ ਹੈ ਕਿ ਮੈਂ ਸੰਵਿਧਾਨ ਦੀ ਰੱਖਿਆ ਕਰਾਂਗਾ, ਤੇ ਪ੍ਰਧਾਨ ਮੰਤਰੀ ਸਹੁੰ ਚੱਕਦਾ ਹੈ ਕਿ ਮੈਂ ਵਿਧੀ ਤੇ ਕਾਨੂੰਨ ਦੇ ਮੁਤਾਬਕ ਕੰਮ ਕਰਾਂਗਾ। ਸੋ ਸੰਵਿਧਾਨ ਦੀ ਰੱਖਿਆ ਜਿਹੜੀ ਹੈ ਉਹ ਸਿਰਫ ਰਾਸ਼ਟਰਪਤੀ ਕਰਦਾ ਹੈ, ਔਰ ਬਾਕੀ ਸਾਰੇ ਜਿਹੜੇ ਅਦਾਰੇ ਹੈ ਲੋਕ ਰਾਜ ਦੇ ਉਹ ਉਹਦੇ ਮੁਤਾਬਕ ਚੱਲਦੇ ਹੈ, ਕਾਨੂੰਨਾਂ ਦੇ ਮੁਤਾਬਕ। ਸੋ ਸੰਵਿਧਾਨ ਦੀ ਵੀ ਉਲੰਘਣਾ ਹੋਈ ਹੈ। ਇਹਦੇ ਵਿੱਚ ਜਿਹੜਾ ਲੋਕ ਰਾਜ ਦੀ ਆਵਾਜ਼ ਨੂੰ ਵੀ ਬੰਦ ਕੀਤਾ ਗਿਆ, ਇੱਕ ਮੈਂਬਰ ਪਾਰਲੀਮੈਂਟ ਨੂੰ ਬੋਲਣ ਨਹੀਂ ਦਿੱਤਾ ਗਿਆ। ਜਦੋਂ ਕਹਿੰਦੇ ਨੇ ਜਿਹੜੀ ਜਸਟਿਸ ਹੈ, ਜਿਹੜੀ ਜਜਮੈਂਟ, ਜਿਹੜੀ ਤੁਹਾਡੀ ਇਨਸਾਫ ਹੈ, ਉਹ ਇਕੱਲਾ ਹੋਣਾ ਨਹੀਂ ਚਾਹੀਦਾ, ਦਿਸਣਾ ਵੀ ਚਾਹੀਦਾ। ਜਦੋਂ ਰਾਹੁਲ ਗਾਂਧੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਜਾਂ ਸਾਬਕਾ ਪ੍ਰਧਾਨ ਕਾਂਗਰਸ ਦੇ ਮਿਲਣ ਗਏ ਸਪੀਕਰ ਨੂੰ, ਤੇ ਸਪੀਕਰ ਨੇ ਕਿਹਾ ਬੈਠ ਕੇ ਚਾਹ ਪੀਓ, ਤੇ ਮੈਂ ਇਹਦੇ ਵਾਸਤੇ ਕੁਝ ਨਹੀਂ ਕਰ ਸਕਦਾ। ਸੋ ਸਪੀਕਰ ਸਾਹਿਬ ਦਾ ਜਿਹੜਾ ਬਿਹੇਵੀਅਰ ਸੀ ਉਹ ਪਾਰਟੀਜ਼ਨ ਨਜ਼ਰ ਆਇਆ, ਜਿਹੜਾ ਕਿ ਅਗੇਨ ਫਿਰ ਲੋਕ ਰਾਜ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਸੋ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਭਾਰਤ ਦੇ ਕੋਨੇ-ਕੋਨੇ 'ਚ ਪਹੁੰਚਣ, ਹਰ ਨਾਗਰਿਕ ਨੂੰ ਪਤਾ ਚੱਲੇ ਕਿ ਕਿਹੜੀ ਪਾਰਟੀ ਜਿਹੜੀ ਹੈ ਇਸ ਵੇਲੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਭਾਰਤ ਦੇ ਸੰਵਿਧਾਨਕ ਢਾਂਚੇ ਨੂੰ ਹਿਲਾ ਰਹੀ ਹੈ, ਭਾਰਤ ਦੇ ਲੋਕ ਰਾਜ ਦੀਆਂ ਨੀਹਾਂ ਨੂੰ ਤੇਲ ਦੇ ਰਹੀ ਹੈ, ਤੇ ਉਹਨੂੰ ਰੋਕਣਾ ਜਿਹੜਾ ਲੋਕਾਂ ਦਾ ਹੀ ਫਰਜ਼ ਬਣਦਾ ਹੈ। ਇਸ ਕਰਕੇ ਘਰ ਘਰ ਗੱਲ ਜਿਹੜੀ ਪਹੁੰਚਾਉਣੀ ਹੈ ਸਾਡਾ ਫਰਜ਼ ਬਣਦਾ ਹੈ। ਸਰ, ਇਹ ਫਸਟ ਟਾਈਮ ਹੋਇਆ ਹੈ ਕਿ ਕਿਸੇ ਦੀ ਮੈਂਬਰਸ਼ਿਪ ਕਰ ਲਈ ਹੈ, ਇਸ ਤੋਂ ਪਹਿਲਾਂ ਵੀ ਇਹੋ ਜਿਹਾ ਡੈਫਰਮੇਸ਼ਨ ਦੇ ਕੇਸ ਦੇ ਵਿੱਚ ਮਾਨਤਾ ਰੱਦ ਕੀਤੀ ਜਾਂਦੀ ਹੈ? ਦੇਖੋ ਇਹ ਬਹੁਤ ਲੋਕਾਂ ਦੀ 13-14 ਲੋਕਾਂ ਦੀ ਅੱਜ ਤੱਕ ਮਾਨਤਾ ਜਿਹੜੀ ਆ ਉਹ ਮੈਂਬਰਸ਼ਿਪ ਜਿਹੜੀ ਉਹ ਰੱਦ ਕੀਤੀ ਗਈ ਹੈ। ਲੇਕਿਨ ਉਹ ਕਿਉਂ ਕੀਤੀ ਗਈ? ਉਹਦੇ ਵਿੱਚ ਕਈ ਕ੍ਰਿਮੀਨਲ ਸੀ, ਕਈ ਕਾਤਲ ਸੀ, ਕਈ ਇਰਾਦਾ ਕਾਤਲ ਵਾਲੇ ਸੀ, ਕਈਆਂ ਨੇ ਪੈਸੇ ਲੈ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਝਾਰਖੰਡ ਦੇ ਮੈਂਬਰ ਪਾਰਲੀਮੈਂਟਾਂ ਨੇ, ਕਿਸੇ ਸਾਰੇ ਦੇ ਸਾਰੇ ਫੌਜਦਾਰੀ ਮੁਕੱਦਮਿਆਂ ਦੇ ਵਿੱਚ ਜਾਂ ਆਫਿਸ ਆਫ ਪ੍ਰੋਫਿਟ ਹੋਲਡ ਕਰਨ ਦੇ ਵਿੱਚ ਵੀ ਦੱਸਿਆ ਜਿਹੜੀ ਆ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਰਕੇ ਰਾਸ਼ਟਰਪਤੀ ਨੇ 1-2 ਵਾਰੀ ਰੋਕਿਆ ਵੀ, ਉਹ ਨਹੀਂ ਹੋਣ ਦਿੱਤੀ। ਸੋ ਪਹਿਲੀ ਵਾਰੀ ਭਾਰਤ ਦੇ ਵਿੱਚ ਕਿਸੇ ਵੀ ਸ਼ਖਸ ਨੂੰ ਜਿਹੜਾ ਮੈਂਬਰ ਪਾਰਲੀਮੈਂਟ ਸੀ ਸਿਟਿੰਗ ਉਸ ਵੇਲੇ, ਇੱਕ ਪਾਰਟੀ ਦਾ ਪ੍ਰਧਾਨ ਸੀ, ਇੱਕ ਉਸ ਪਰਿਵਾਰ ਨੂੰ ਬਿਲੋਂਗ ਕਰਦਾ ਜਿਸ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਹੈ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਇਸ ਦੇਸ਼ ਵਾਸਤੇ। ਸੋ ਉਸ ਸ਼ਖਸ ਦੇ ਕੇਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਸਜ਼ਾ ਹੁਣ ਮਿਲਦੀ ਹੈ ਉਹ ਦਿੱਤੀ ਗਈ। ਕਿਸੇ ਵੀ ਕੇਸ, ਜਦੋਂ ਆਪਾਂ ਕਤਲ ਦੇ ਕੇਸ ਵੀ ਆਪਾਂ ਲਿਖਦੇ ਹਾਂ ਕਿ ਫਾਂਸੀ ਦੀ ਸਜ਼ਾ ਸਭ ਤੋਂ ਵੱਡੀ ਸਜ਼ਾ ਹੈ, ਪਰ ਉਹ ਵੀ ਰੇਅਰੈਸਟ ਆਫ ਦੀ ਰੇਅਰ ਕੇਸ ਦਿੱਤੀ ਜਾਂਦੀ ਹੈ। ਇਹ ਕੀ ਹੈ? ਰੇਅਰੈਸਟ ਆਫ ਦੀ ਰੇਅਰ ਕੇਸ ਸੀ। ਇਹ ਕਹਿਣਾ ਕਿ ਸਾਰੇ ਚੋਰਾਂ ਦੇ ਨਾਮ ਮੋਦੀ ਕਿਉਂ ਲੱਗਿਆ ਹੋਇਆ, ਉਹਨਾਂ ਨੇ ਨਹੀਂ ਕਿਹਾ ਕਿ ਸਾਰੇ ਮੋਦੀ ਚੋਰ ਨੇ, ਕਿ ਬਈ ਸਾਰੇ ਚੋਰਾਂ ਦੇ ਨਾਂ ਜਿਹੜਾ ਮੋਦੀ ਕਿਉਂ ਲੱਗਿਆ ਹੋਇਆ। ਆਪਾਂ ਕਈ ਵਾਰੀ ਨਾਰਮਲ ਗੱਲ 'ਚ ਵੀ ਕਹਿ ਦਿੰਦੇ ਆ ਕਿ ਫਲਾਣੇ ਇਲਾਕੇ 'ਚ ਲੋਕ ਠੱਗੀਆਂ ਬੜੀਆਂ ਮਾਰਦੇ ਆ। ਆਪਾਂ ਉੱਥੇ ਕਿਸੇ ਨੂੰ ਇਹ ਥੋੜ੍ਹੀ ਕਹਿੰਦੇ ਆ ਕਿ ਉਸ ਇਲਾਕੇ ਦੇ ਸਾਰੇ ਲੋਕ ਠੱਗੀ, ਆਪਾਂ ਇਹ ਕਹਿੰਦੇ ਵੀ ਠੱਗ ਉਸ ਇਲਾਕੇ 'ਚ ਬੜੇ ਰਹਿੰਦੇ ਆ। ਸੋ ਉਹ ਇਹ ਕਹਿਣਾ ਕਿ ਸਾਰੇ ਮੋਦੀ ਚੋਰ ਹੈ, ਜਾਂ ਇਹ ਕਹਿਣਾ ਕਿ ਸਾਰੇ ਚੋਰਾਂ ਦੇ ਨਾਂ ਨਾਲ ਮੋਦੀ ਕਿਉਂ ਲੱਗਿਆ ਹੋਇਆ, ਇਹ ਦੋਨਾਂ ਦੇ ਵਿੱਚ ਫਰਕ ਹੈ। ਇਹ ਫਰਕ ਜਿਹੜਾ ਹੈ ਉਹ ਸਾਨੂੰ ਸੋਚਣਾ ਚਾਹੀਦਾ ਸੀ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਉਹਨਾਂ ਨੇ ਇੱਕ ਇਹਨੂੰ ਨਰੇਟਿਵ ਦਿੱਤਾ ਜਾ ਰਿਹਾ ਕਿ ਇਹ OBC ਦੇ ਖਿਲਾਫ ਜਿਹੜਾ ਇਹ ਭਾਸ਼ਣ ਦਿੱਤਾ ਗਿਆ। ਅੱਜ ਯਾਦ ਆਇਆ? ਭਾਸ਼ਣ ਤਾਂ 2019 'ਚ ਦਿੱਤਾ ਸੀਗਾ, ਤੁਹਾਨੂੰ 4 ਸਾਲ ਬਾਅਦ ਯਾਦ ਆ ਰਿਹਾ ਹੈ। ਇਹ ਪੋਲੀਟੀਕਲ ਐਡਵਾਂਟੇਜ ਲੈਣਾ ਚਾਹੁੰਦੀ ਸੀ BJP ਇਸ ਤੋਂ। ਪਰ ਕੀ ਸਾਰੇ ਮੋਦੀ ਦੁਨੀਆ ਦੇ ਵਿੱਚ ਜਿਹੜੇ ਨੇ ਉਹ ਬੈਕਵਰਡ ਕਲਾਸ ਦੇ ਨੇ? ਬਿਲਕੁਲ ਨਹੀਂ ਗੇ। ਪੰਜਾਬ ਦੇ ਮੁਲਤਾਨੀ ਮਲ ਮੋਦੀ ਬੜੀ ਹਾਇਰ ਕਲਾਸ ਨੂੰ ਬਿਲੋਂਗ ਕਰਦੇ ਨੇ। ਨੀਰਵ ਮੋਦੀ ਕਰੋੜਪਤੀ ਆਦਮੀ ਸੀ, ਲਲਿਤ ਮੋਦੀ ਕਰੋੜਪਤੀ ਆਦਮੀ ਸੀ। ਸੋ OBC ਨੂੰ, ਔਰ ਕਾਂਗਰਸ ਇੱਕ ਉਹ ਪਾਰਟੀ ਹੈ ਜਿਸ ਨੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ OBC ਨੂੰ ਰਾਸ਼ਟਰਪਤੀ ਬਣਾਇਆ, ਗਿਆਨੀ ਜ਼ੈਲ ਸਿੰਘ ਹੋਰਾਂ ਨੂੰ, ਸਾਰੀ ਦੁਨੀਆ ਜਾਣਦੀ ਹੈ। ਸੋ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਕੋਈ ਜਿਹੜੀ ਕਿਸੇ ਸੰਪਰਦਾਇ ਦੇ ਵਿਰੁੱਧ ਇਹੋ ਜਿਹੀ ਗੱਲ ਬੋਲ ਸਕਦੇ ਹਾਂ? ਇਹ ਇੱਕ ਨਰੇਟਿਵ ਸੱਜਿਆ ਜਾ ਰਿਹਾ ਹੈ, ਇੱਕ ਜ਼ੋਰ, ਕਿਉਂਕਿ ਤੁਹਾਡਾ ਜ਼ੋਰ ਮੀਡੀਆ ਨੂੰ ਵੀ ਤੁਸੀਂ ਗੈਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਜਿਹੜਾ
ਜੁਡੀਸ਼ਰੀ ਨੂੰ ਵੀ ਗਾਇਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਜਿਹੜਾ ਉਹ ਐਗਜ਼ੈਕਟਿਵ ਨੂੰ ਵੀ ਜਿਹੜਾ ਹੈਗਾ ਗਾਇਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਈਡੀ ਦਾ ਇਸਤੇਮਾਲ ਕਰ ਰਹੇ ਹੋ, ਸੀਬੀਆਈ ਦਾ ਇਸਤੇਮਾਲ ਕਰ ਰਹੇ ਹੋ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮੈਟਰ ਕਰਦੀਆਂ ਨੇ ਕਿ ਲੋਕ ਰਾਜ ਜਿਹੜਾ ਉਹ ਭਾਰਤ ਦੇ ਵਿੱਚ ਖਤਰੇ 'ਚ ਹੈ। ਔਰ ਇਹ ਕਹਿਣਾ ਬਾਹਰਲੇ ਮੁਲਕ ਜਾ ਕੇ ਮੇਰਾ ਖਿਆਲ ਕਿ ਜਿਹੜੇ 2014 ਤੋਂ ਪਹਿਲਾਂ ਜੰਮੇ ਸੀ ਉਹ ਪਛਤਾਉਂਦੇ ਨੇ ਇਸ ਧਰਤੀ ਤੇ ਜੰਮ ਕੇ। ਇਹ ਕਹਿਣਾ ਤਾਂ ਬਾਹਰ ਜਾ ਕੇ ਕਿ 10 ਸਾਲ ਜਿਹੜਾ ਵੈਕਿਊਮ ਰਿਹਾ ਭਾਰਤ ਦੇ ਵਿੱਚ, ਇਹ ਗੱਲਾਂ ਵੀ ਭਾਰਤ ਦੀ ਬੇਇੱਜ਼ਤੀ ਕਰਦੀਆਂ ਨੇ। ਤੇ ਇਹ ਕਹਿ ਦੇਣਾ ਕਿ ਭਾਰਤ ਦਾ ਲੋਕ ਰਾਜ ਖਤਰੇ 'ਚ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ। ਔਰ ਉਹ ਕਿਹਾ ਵੀ ਕਿੱਥੇ, ਕਿਸੇ ਪੋਲੀਟੀਕਲ ਰੈਲੀ 'ਚ ਨਹੀਂ ਕਿਹਾ, ਇੱਕ ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦਿੰਦਿਆਂ ਕਿਹਾ। ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਗਿਆਨ ਦਾ ਅਦਾਰਾ ਹੁੰਦੀਆਂ ਨੇ, ਉੱਥੇ ਸਿਆਸੀ ਗੱਲ ਨਹੀਂ ਹੁੰਦੀ। ਇੰਗਲੈਂਡ ਦੀ ਇੱਕ ਇਹੋ ਜਿਹੀ ਯੂਨੀਵਰਸਿਟੀ ਹੈ ਜਿੱਥੇ ਕ੍ਰਿਸਚੀਅਨਿਟੀ ਦੇ ਪ੍ਰੋਟੈਸਟੈਂਟ ਗਰੁੱਪ ਦਾ ਓਰੀਜਨ ਹੋਇਆ, ਆਕਸਫੋਰਡ ਦੇ ਵਿੱਚ, ਜਿੱਥੇ ਉੱਥੋਂ ਦੇ ਪ੍ਰੋਫੈਸਰ ਜਿਹੜੇ ਆ ਉਹਨਾਂ ਨੇ ਡਟ ਕੇ ਵਿਰੋਧ ਕੀਤਾ। ਔਰ ਇਸੇ ਤਰ੍ਹਾਂ ਜਿੰਨੀਆਂ ਵੀ ਦੁਨੀਆ ਦੇ ਵਿੱਚ ਹੁੰਦੀਆਂ ਨੇ ਪਾਲਿਸੀ ਹੁੰਦੀਆਂ ਨੇ, ਜਿਹੜੇ ਤੁਹਾਡੇ ਸੋਚਾਂ ਹੁੰਦੀਆਂ ਨੇ, ਉਹਨਾਂ ਸੋਚਾਂ ਦੇ ਉੱਤੇ ਯੂਨੀਵਰਸਿਟੀਆਂ ਨੂੰ ਪੂਰਾ ਅਧਿਕਾਰ ਹੁੰਦਾ ਹੈ ਆਪਦੇ ਵਿਚਾਰ ਪੇਸ਼ ਕਰਨ ਦਾ, ਕਿਉਂਕਿ ਉੱਥੇ ਪ੍ਰੋਫੈਸਰ ਹੁੰਦੇ ਨੇ, ਉਹ ਪੜ੍ਹੇ ਲਿਖੇ ਹੁੰਦੇ ਨੇ, ਉਹਨਾਂ ਕੋਲੇ ਕਿਤਾਬਾਂ ਦਾ ਬਹੁਤ ਵੱਡਾ ਗਿਆਨ ਹੁੰਦਾ ਹੈ, ਉਹਨਾਂ ਨੇ ਕਿਸੇ ਤੋਂ ਵੋਟਾਂ ਨਹੀਂ ਲੈਣੀਆਂ ਹੁੰਦੀਆਂ। 200 ਬੰਦੇ ਦੇ ਸਾਹਮਣੇ ਗੱਲ ਕਰ ਦੇਣੀ ਕਿ ਭਾਰਤ ਦਾ ਲੋਕ ਰਾਜ ਖਤਰੇ 'ਚ ਹੈ, ਜਾਂ ਭਾਰਤ ਦੇ ਵਿੱਚ ਪਾਰਲੀਮੈਂਟ 'ਚ ਬੈਠ ਕੇ ਕਹਿ ਦੇਣਾ ਇਹ ਪੱਪੂ ਹੈ, ਤੁਸੀਂ ਆਪਦਾ ਨਾਂ ਜਿਹੜਾ ਉਹ ਗਾਂਧੀ ਥਾਂ ਨਹਿਰੂ ਕਿਉਂ, ਤੁਸੀਂ ਦੱਸੋ ਕੋਈ ਨਾਨਕਿਆਂ 'ਤੇ ਨਾਂ ਰੱਖਦਾ? ਆਪਾਂ ਸਾਰੇ ਪੰਜਾਬ 'ਚ ਰਹਿੰਦੇ ਹਾਂ, ਕਿਸੇ ਦਾ ਨਾਨਕਿਆਂ 'ਤੇ ਨਾਂ ਹੁੰਦਾ, ਇੱਥੋਂ ਤੱਕ ਕਿ ਜਿਹਦੇ ਕੋਈ ਮਾਮਾ ਵੀ ਨਹੀਂ ਹੁੰਦਾ ਉਹਦਾ ਨਾਂ ਵੀ ਨਾਨਕਿਆਂ 'ਤੇ ਨਹੀਂ ਚੱਲਦਾ, ਉਹਦਾ ਨਾਂ ਵੀ ਜਿਹੜਾ ਉਹ ਦਾਦਕਿਆਂ 'ਤੇ ਚੱਲਦਾ। ਤੁਸੀਂ ਪਾਰਲੀਮੈਂਟ 'ਚ ਕਹਿ ਰਹੇ ਹੋ ਕਿ ਤੁਸੀਂ ਆਪਦਾ ਨਾਂ ਗਾਂਧੀ ਛੱਡ ਕੇ ਨਹਿਰੂ ਕਿਉਂ ਨਹੀਂ ਰੱਖ ਲੈਂਦੇ? ਇਹ ਡੈਫੇਮੇਸ਼ਨ ਨਹੀਂ ਹੈ ਨਹਿਰੂ ਜੀ ਦੀ? ਪੰਡਿਤ ਨਹਿਰੂ ਹੋਰਾਂ ਦੀ ਇੱਕ ਸਟੇਟਸਮੈਨ, ਜਦੋਂ ਪੰਡਿਤ ਨਹਿਰੂ ਪ੍ਰਧਾਨ ਮੰਤਰੀ ਸੀ, ਉਹ ਗਏ ਅਟਲ ਬਿਹਾਰੀ ਵਾਜਪਾਈ ਜੀ ਕੋਲੇ, ਉਹਨਾਂ ਨੇ ਉਹਦੇ ਮੋਢੇ ਤੇ ਰੱਖਿਆ ਹੱਥ, ਕਹਿੰਦੇ ਯਾਦ ਰੱਖਿਓ ਇਹ ਨੌਜਵਾਨ ਮੁੰਡਾ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਔਰ ਉਸ ਵੇਲੇ ਜਿਹੜੇ ਆਪਣੇ ਸੀਗੇ ਬੀਜੇਪੀ ਦੇ ਜਿਹੜੇ ਪ੍ਰਧਾਨ ਮੰਤਰੀ ਰਹੇ ਨੇ ਆਪਣੇ, ਉਹ ਉਸ ਵੇਲੇ ਮੈਂਬਰ ਪਾਰਲੀਮੈਂਟ ਸਨ। ਇਹ ਹੁੰਦੀ ਹੈ ਆਪੋਜੀਸ਼ਨ ਦੀ ਇੱਜ਼ਤ, ਇਹ ਹੁੰਦੀ ਹੈ ਆਪੋਜੀਸ਼ਨ ਦੀ ਕਦਰ, ਕਿਉਂਕਿ ਆਪੋਜੀਸ਼ਨ ਵੀ ਇੱਕ ਹਿੱਸਾ ਹੈ ਪਾਰਲੀਮੈਂਟ ਦਾ ਜਿਹੜਾ ਕਿ ਕੁੰਡਾ ਰੱਖਦਾ ਹੈ ਸਰਕਾਰੀ ਧਿਰ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਗਲਤੀਆਂ। ਜਦੋਂ ਤੁਸੀਂ ਸਰਕਾਰੀ ਧਿਰ ਦੀ ਗਲਤੀ ਪੁਆਇੰਟ ਕਰਦੇ ਹੋ, ਉਦੋਂ ਹੀ ਤੁਹਾਡੇ ਜਿਹੜਾ ਹੈ ਉਹ ਦੇਸ਼ ਨੂੰ ਖਤਰਾ ਹੋ ਜਾਂਦਾ ਹੈ, ਤੁਸੀਂ ਦੇਸ਼ ਧਰੋਹੀ ਬਣ ਜਾਂਦੇ ਹੋ। ਸਰ ਅਗਲਾ ਸਟੈਪ ਕੀ ਹੈ ਹੁਣ ਕਾਂਗਰਸ ਪਾਰਟੀ ਦਾ? ਜੇ ਅਗਲਾ ਸਟੈਪ ਹੈ ਜੀ, ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਵੱਡਾ ਸਟੈਪ ਜਿਹੜਾ ਹੋ ਰਿਹਾ ਹੈਗਾ ਭਾਰਤ ਦੇ ਵਿੱਚ, ਉਹ ਇਹ ਹੈਗਾ ਕਿ ਜਿੰਨੀਆਂ ਵੀ ਪਾਰਟੀਆਂ ਨੇ, ਰੀਜਨਲ ਪਾਰਟੀਆਂ ਨੇ ਚਾਹੇ ਹੋਰ ਨੈਸ਼ਨਲ ਪਾਰਟੀਆਂ ਨੇ, ਜਿੰਨੀਆਂ ਵੀ ਪਾਰਟੀਆਂ ਨੇ ਉਹ ਸਾਰੀਆਂ ਇਸ ਗੱਲ ਤੋਂ ਵਾਕਿਫ ਹੋ ਚੁੱਕੀਆਂ ਨੇ ਕਿ ਲੋਕ ਰਾਜ ਨੂੰ ਖਤਰਾ ਹੈ ਪ੍ਰੈਜ਼ੈਂਟ ਡਿਸਪੈਂਸੇਸ਼ਨ ਦੇ ਉੱਤੇ। ਇਸ ਕਰਕੇ ਜੇ ਇਕੱਠੇ ਹੋ ਕੇ ਨਾ ਲੜੇ ਤਾਂ ਲੋਕ ਰਾਜ ਨੂੰ ਢਾਹ ਲੱਗ ਸਕਦੀ ਹੈ। ਉਸ ਢਾਹ ਨੂੰ ਰੋਕਣ ਵਾਸਤੇ ਕਾਂਗਰਸ ਪਾਰਟੀ ਜਿਹੜੀ ਹੈ ਇਸ ਵਿਚਾਰ ਨੂੰ ਪਿੰਡ-ਪਿੰਡ, ਥਾਂ-ਥਾਂ, ਹਰੇਕ ਪੋਲੀਟੀਕਲ ਪਲੇਟਫਾਰਮ ਤੇ ਹਰੇਕ ਪੋਲੀਟੀਕਲ ਪਾਰਟੀ ਦੇ ਕੋਲੇ ਲਿਜਾਣ ਨੂੰ ਚਾਹੁੰਦੀ ਹੈ। ਜਿੱਥੋਂ ਤੱਕ ਲੀਗਲ ਇਸ਼ੂ ਹੈ ਸ਼੍ਰੀ ਰਾਹੁਲ ਗਾਂਧੀ ਜੀ ਦੇ ਕੇਸ ਦਾ, ਉਹ 30 ਦਿਨ ਹੈਗੇ ਨੇ ਪਾਰਟੀ ਕੋਲੇ, ਰਾਹੁਲ ਗਾਂਧੀ ਜੀ ਕੋਲੇ, ਉਹ ਰਾਹੁਲ ਗਾਂਧੀ ਜੀ ਫੈਸਲਾ ਕਰਨਗੇ। ਲੀਗਲ ਟੀਮ ਸਾਡੇ ਕੋਲੇ ਬੜੇ ਬੜੇ ਲੀਗਲ ਵਕੀਲ ਹੈਗੇ ਨੇ, ਸਾਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈਗੀ ਕਾਂਗਰਸ ਪਾਰਟੀ ਦੀ ਕਿ ਤੁਸੀਂ ਕਿਉਂ। ਹੁਣ ਇਹ ਵੀ ਇੱਕ ਨਰੇਟਿਵ ਹੋ ਰਿਹਾ ਤੁਸੀਂ ਕਿਉਂ ਨਹੀਂ ਜਾ ਰਹੇ ਜੀ ਅਪੀਲ 'ਚ। ਉਹ ਭਾਈ ਸਾਡੀ ਮਰਜ਼ੀ ਹੈ, 30 ਦਿਨ ਸਾਡੇ ਕੋਲੇ ਹੈ, ਤੁਸੀਂ ਇਸ ਗੱਲ 'ਚੋਂ ਵੀ ਬਰਾਉਨੀ ਪੁਆਇੰਟ ਲੈਣਾ ਚਾਹੁੰਦੇ ਹੋ ਕਿ ਇਹ ਜਾ ਨਹੀਂ ਰਹੇ ਕੋਰਟ 'ਚ। 30 ਦਿਨਾਂ ਜਦੋਂ ਮਰਜ਼ੀ ਅਸੀਂ ਜਾਵਾਂਗੇ, ਜੀ ਕੀਤਾ ਜਾਵਾਂਗੇ, ਜੀ ਕੀਤਾ ਨਹੀਂ ਜਾਵਾਂਗੇ। ਸਾਨੂੰ ਕੋਈ ਕਹਿ ਨਹੀਂ ਸਕਦਾ ਵੀ ਤੁਸੀਂ ਜਾਓ ਉਹਦੀ ਅਪੀਲ ਦੇ ਵਿੱਚ, ਕਿਉਂਕਿ ਜਿਹੜਾ ਇਹ ਫੈਸਲਾ ਹੈ ਇਹ ਲੋਅਰ ਕੋਰਟ ਦਾ ਹੈ। ਔਰ ਜਦੋਂ ਵੀ ਤੁਸੀਂ ਕਿਸੇ ਲੋਅਰ, ਆਪਾਂ ਕਹਿੰਦੇ ਨੇ ਕੋਰਟ ਦੇ ਫੈਸਲੇ ਦੇ ਉਲਟ ਨਾ ਬੋਲੋ, ਜੇ ਤੁਸੀਂ ਕੋਰਟ ਦੇ ਫੈਸਲੇ ਦੇ ਉਲਟ ਨਹੀਂ ਬੋਲਦੇ ਤਾਂ ਤੁਸੀਂ ਉੱਤੇ ਵਾਲੀ ਕੋਰਟ 'ਚ ਅਪੀਲ ਕਿਵੇਂ ਕਰੋਗੇ? ਤੁਹਾਨੂੰ ਅਪੀਲ ਦੇ ਵਿੱਚ ਲਿਖਣਾ ਪੈਂਦਾ ਹੈ ਕਿ ਮੈਨੂੰ ਥੱਲੇ ਵਾਲੀ ਕੋਰਟ ਦੇ ਫੈਸਲੇ 'ਤੇ ਸ਼ੱਕ ਹੈ, ਥੱਲੇ ਵਾਲੀ ਕੋਰਟ ਨੇ ਫੈਸਲਾ ਠੀਕ ਨਹੀਂ ਕੀਤਾ, ਤੇ ਤੁਸੀਂ ਫੇਰ ਜਾ ਕੇ ਉਤਲੀ ਕੋਰਟ 'ਚ ਜਾਂਦੇ ਹੋ। ਤੇ ਜੇ ਕੋਈ ਇਹਨੂੰ ਕਹੇ ਵੀ ਕੰਟੈਂਪਟ ਆਫ ਕੋਰਟ ਹੈ ਵੀ ਤੁਸੀਂ ਕੋਰਟ ਦੇ ਫੈਸਲੇ ਦੇ ਉਲਟ ਬੋਲਦੇ ਹੋ, ਫਿਰ ਤਾਂ ਇੰਨੀਆਂ ਕੋਰਟ ਬਣਾਉਣ ਦੀ ਲੋੜ ਹੀ ਹੈ ਨਹੀਂ ਪੌੜੀ ਵਾਈਜ਼। ਫਿਰ ਤਾਂ ਇੱਕੋ ਹੀ ਕੋਰਟ ਬਣਾਓ, ਉਹ ਫੈਸਲਾ ਦੇ ਦੇ ਤੇ ਸਾਰੇ ਮੰਨ ਲੈਣ। ਅਪਰ ਕੋਰਟ ਇਸੇ ਕਰਕੇ ਬਣਾਈ ਜਾਂਦੀ ਹੈ ਤਾਂ ਕਿ ਛੋਟੀਆਂ ਕੋਰਟਾਂ ਦੇ ਫੈਸਲੇ ਜਿਹੜੇ ਆ ਉਹਨਾਂ ਦੇ ਬਾਰੇ ਅਪੀਲ ਕੀਤੀ ਜਾ ਸਕੇ। ਔਰ ਉਹਨਾਂ ਦੇ ਉਲਟ ਬੋਲਣਾ ਛੋਟੀ ਕੋਰਟ ਦੇ ਫੈਸਲੇ ਦੇ, ਬਿਲਕੁਲ ਕੋਈ ਨਹੀਂ ਕਹਿ ਸਕਦਾ ਕਿ ਕੰਟੈਂਪਟ ਆਫ ਕੋਰਟ ਹੈ, ਕਿਉਂਕਿ ਜਦੋਂ ਅਸੀਂ ਹਾਇਰ ਕੋਰਟ ਜਾਵਾਂਗੇ ਉਦੋਂ ਵੀ ਉਸ ਫੈਸਲੇ ਦੇ ਉਲਟ ਬੋਲਾਂਗੇ ਅਸੀਂ। ਸਰ ਤੁਸੀਂ ਕਿਹਾ ਹੈ ਕਿ ਬਾਕੀ ਪਾਰਟੀਆਂ ਨੂੰ ਨਾਲ ਚੱਲਣ ਦੀ ਜ਼ਰੂਰਤ ਹੈ, ਅਕਾਲੀ ਭਾਜਪਾ ਦਾ ਪਹਿਲਾ ਅਲਾਇੰਸ ਰਿਹਾ, ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਹੈ ਉਸ ਨੂੰ ਤੁਹਾਡੀ ਪਾਰਟੀ ਦੇ ਕਈ ਆਗੂਆਂ ਦੁਆਰਾ ਕਿਹਾ ਗਿਆ ਕਿ ਭਾਜਪਾ ਦੀ ਹੀ ਬੀ ਟੀਮ ਚੱਲ ਰਹੀ ਹੈ, ਤੇ ਉਹ ਪਾਰਟੀਆਂ ਫਿਰ ਤੁਹਾਡੇ ਨਾਲ ਕਿਉਂ ਚੱਲਣਗੀਆਂ? ਵੇਖੋ ਜੀ, ਜਦੋਂ ਖਤਰਾ ਹੋ ਜਾਂਦਾ ਹੈ ਨਾ, ਜਦੋਂ ਕਿਸੇ ਵੀ ਚੀਜ਼ ਤੋਂ ਭਾਰੀ ਖਤਰਾ ਹੁੰਦਾ ਹੈ, ਉਦੋਂ ਸਾਰੀ ਦੁਨੀਆ ਇਕੱਠੀ ਹੋ ਜਾਂਦੀ ਹੈ। ਜਦੋਂ
ਤੁਹਾਡੇ ਸਾਹਮਣੇ ਕੈਪੀਟਲਿਜ਼ਮ ਨੂੰ ਖਤਰਾ ਹੋਇਆ ਸੀ ਕਮਿਊਨਿਜ਼ਮ ਤੋਂ। ਜਿਹੜੇ ਆਪਸ 'ਚ ਲੜੇ ਸੀ ਮੁਲਕ ਉਹ ਵੀ ਇਕੱਠੇ ਹੋ ਗਏ ਸੀ ਉਹਦੀ ਉਲਟ। ਜਿਨ੍ਹਾਂ ਨੇ ਆਪਸ 'ਚ ਐਟਮ ਬੰਬ ਸਿੱਟੇ ਸੀ ਉਹ ਵੀ ਇਕੱਠੇ ਹੋ ਗਏ ਸੀ। ਕੀ ਰਾਜਨੀਤਿਕ ਲੋਕ ਹੋ ਸਕਦੇ ਕਿਸੇ ਬਿਲਕੁਲ। ਦੇਖੋ ਜੀ, ਰਾਜਨੀਤੀ ਦਾ ਮਤਲਬ ਹੀ ਇਹ ਹੈ, ਕਾਮਨ ਇੰਟਰਸਟ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜਿਹੜਾ ਉਹ ਇੱਕ ਸੰਗਠਨ ਬਣਾਏ ਜਾਂਦੇ ਨੇ, ਬਿਲਕੁਲ ਬਣਾਏ ਜਾਂਦੇ ਨੇ। ਜੇ ਤੁਹਾਡੀ ਨੀਤੀ ਤੁਹਾਡੀ, ਹੁਣ ਆਪਾਂ ਫਰਜ਼ ਕਰ ਲਓ ਦੁਸ਼ਮਣ ਆ ਦੋ, ਅੱਗੇ ਸ਼ੇਰ ਆ ਗਿਆ ਤੇ ਆਪਾਂ ਦੋਵੇਂ ਦੁਸ਼ਮਣ ਵੀ ਇਕੱਠੇ ਹੋ ਸਕਦੇ ਹਾਂ ਵੀ ਭਾਈ ਇਹਨੂੰ ਨਿਬੜੀਏ ਪਹਿਲਾਂ, ਮੁੜ ਕੇ ਆਪਾਂ ਨਿਬੇੜ ਲਾਂਗੇ ਆਪਦਾ ਕੰਮ। ਸੋ ਉਹ ਇਸ ਕਰਕੇ ਕੋਈ ਦਿੱਕਤ ਨਹੀਂ ਹੈ ਉਹਦੇ ਵਿੱਚ। ਔਰ ਫਿਰ ਪਾਰਟੀ ਅੱਜ ਪੰਜਾਬ ਦੀ ਗੱਲ ਕਰੀਏ, ਪੰਜਾਬ ਵੀ ਭਖ ਰਿਹਾ ਚੰਗੀ ਤਰ੍ਹਾਂ ਜੀ, ਉਸ ਦੇ ਮੁੱਦੇ ਤੇ ਕਿਉਂ ਨਹੀਂ ਸਾਰੇ ਇਕੱਠੇ ਹੋ ਰਹੇ? ਪੰਜਾਬ ਭਖ ਰਿਹਾ, ਉਹ ਤਾਂ ਜੀ ਭਖ ਉਹ ਵੀ ਨਰੇਟਿਵ ਸਜਿਆ ਜਾ ਰਿਹਾ। ਤੁਸੀਂ ਮੈਨੂੰ ਦੱਸੋ, ਆਪਾਂ ਇੱਥੇ ਬੈਠੇ ਹਾਂ, ਕਿਸੇ ਕੋਲੇ ਹਥਿਆਰ, ਕਿਸੇ ਕੋਲੇ ਕੋਈ ਖਤਰਾ ਹੈ ਕਿਸੇ ਨੂੰ? ਮੈਨੂੰ ਤਾਂ ਕੋਈ ਖਤਰਾ ਨਹੀਂ ਲੱਗਿਆਗਾ। ਇਹ ਤਾਂ ਇੱਕ ਨਰੇਟਿਵ ਸਜਿਆ ਜਾ ਰਿਹਾ ਕਿ ਪੰਜਾਬ 'ਚ ਪਤਾ ਨਹੀਂ ਕਿੱਡੀ ਅੱਗ ਲੱਗੀ ਹੋਈ ਹੈ। ਇਹ ਤਾਂ ਆਪਾਂ ਜਾਣਦੇ ਹਾਂ ਵੀ ਕੁਝ ਵੀ ਨਹੀਂ ਇੱਥੇ, ਤਾਂ ਇਹੋ ਜਿਹੀ ਗੱਲ ਹੀ ਕੋਈ ਨਹੀਂ। ਇਹ ਤਾਂ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ 'ਚ ਪਤਾ ਨਹੀਂ ਕੀ ਹੋਇਆ ਪਿਆ। ਜੇ ਤੁਸੀਂ ਜਿਹੜੀਆਂ ਕਮਿਟਡ ਮੀਡੀਆ ਨੇ, ਦੇਖੋ ਮੀਡੀਆ ਕਮਿਟਡ ਹੁੰਦਾ, ਇਹ 'ਚ ਕੋਈ ਦੋ ਰਾਏ ਨਹੀਂ। ਹਰੇਕ ਪਾਰਟੀ ਦਾ ਆਪਦਾ ਮੀਡੀਆ ਹੁੰਦਾ, ਇਹ 'ਚ ਕੋਈ ਦੋ ਰਾਏ ਨਹੀਂ, ਹੋਣਾ ਵੀ ਚਾਹੀਦਾ। ਸਾਡਾ ਨੈਸ਼ਨਲ ਹੈਰਲਡ ਅਖਬਾਰ ਹੈ, ਸਾਡਾ ਹੈਗਾ। ਕੋਈ ਕਰ ਲੈ ਕੀ ਕਰਨਾ ਕਿਸੇ ਨੇ। ਅਕਾਲੀ ਅਜੀਤ ਅਖਬਾਰ ਹੈਗਾ, ਜਗਬਾਣੀ ਹੈਗਾ, ਅੰਮ੍ਰਿਤ ਬਾਜ਼ਾਰ ਪੱਤਰਕਾਰ ਹੈਗਾ, ਫੌਕਸ ਨਿਊਜ਼ ਹੈਗਾ, USA 'ਚ ਹੈਗਾ। ਉਹਦੀ ਇੱਕ ਪਾਰਟੀ ਨੂੰ ਕਮਿਟਮੈਂਟ ਹੈਗੀ ਹੈ, ਹੋਣੀ ਚਾਹੀਦੀ ਵੀ ਹੈ। ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੂਜੇ ਸਾਰੇ ਗਲਤ ਨੇ। ਤੁਸੀਂ ਕਿਸੇ ਇਹੋ ਜਿਹੇ ਮੀਡੀਆ ਤੇ ਬੈਠ ਕੇ ਦੇਖੋ, ਇਸ ਤਰ੍ਹਾਂ ਦਾ ਨਰੇਟਿਵ ਸੱਜਿਆ ਜਾ ਰਿਹਾ ਜਿਵੇਂ ਪਤਾ ਨਹੀਂ ਪੰਜਾਬ 'ਚ ਕਿੱਡੀ ਅੱਗ ਲੱਗ ਚੁੱਕੀ ਹੈ, ਥਾਂ ਥਾਂ ਤੇ ਖਾਲਿਸਤਾਨ ਦੇ ਝੰਡੇ ਚੁੱਟ ਰਹੇ ਨੇ, ਪਤਾ ਨਹੀਂ ਕਿੱਡਾ ਸਿੱਖਾਂ ਨੇ ਕੋਈ ਅੱਜਾ ਕਰ ਰੱਖਿਆ, ਜਦ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੈ। ਲੇਕਿਨ ਉਹ ਨਰੇਟਿਵ ਕਿਸੇ ਖਾਸ ਪੋਲੀਟੀਕਲ ਮਕਸਦ ਦੇ ਨਾਲ ਸੱਜਿਆ ਜਾ ਰਿਹਾ ਜਿਹਦਾ ਕੋਈ ਬੇਸ ਨਹੀਂ ਹੈਗਾ। ਸਰ ਨੈਕਸਟ ਅੱਗੇ ਪਿੰਡਾਂ ਦੀ ਪਲਾਨਿੰਗ ਕਿਸ ਤਰ੍ਹਾਂ ਦੀ ਹੈ? ਦੇਖੋ ਜੀ, ਤੁਹਾਨੂੰ ਮੈਂ ਦੱਸਿਆ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਅੱਜ ਵੀ ਆ ਤੁਹਾਡੇ ਸਾਹਮਣੇ ਜਲੰਧਰ ਦਾ ਇਲੈਕਸ਼ਨ ਹੈ, ਆ ਮੈਂ ਇੱਥੇ ਅਨਾਉਂਸ ਕਰ ਰਿਹਾ, ਕਾਂਗਰਸ ਪਾਰਟੀ ਹਰ ਹਾਲਤ ਜਿੱਤੇਗੀ। ਠੀਕ ਹੈ, ਉਹ ਪਾਰਟੀ ਉਹ ਜਿੱਤ ਜਿਹੜੀ ਹੈ ਜਲੰਧਰ ਤੋਂ, ਉਹ ਇੱਕ ਨਰੇਟਿਵ ਸਜੇਗੀ, ਉਹ ਇੱਕ ਨੀਂਹ ਪੱਥਰ ਰੱਖੇਗੀ ਕਿ ਪੰਜਾਬ ਕਿੱਧਰ ਨੂੰ ਤੁਰੇਗਾ 2024 ਦੇ ਵਿੱਚ। ਸੋ ਪਿੰਡਾਂ ਦੇ ਵਿੱਚ ਅਸੀਂ ਘਰ ਘਰ ਇਹ ਗੱਲ ਪਹੁੰਚਾਵਾਂਗੇ ਕਿ ਲੋਕ ਰਾਜ ਨੂੰ ਖਤਰਾ ਹੈ, ਲੋਕ ਰਾਜ ਦੇ ਵਿੱਚ ਧੱਕਾ ਹੋਇਆ ਹੈ, ਨਾ ਕਿ ਰਾਹੁਲ ਗਾਂਧੀ ਜੀ ਨਾਲ ਧੱਕਾ ਹੋਇਆ। ਲੋਕ ਰਾਜ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦੇ ਨਾਲ ਧੱਕਾ ਹੋਇਆ ਹੈ। ਔਰ ਜੇ ਕਹਿੰਦੇ ਨੇ, ਇੱਕ ਬੜੀ ਪੁਰਾਣੀ ਕਹਾਵਤ ਹੈ, ਜੇ ਗੁਆਂਢੀ ਦੇ ਅੱਗ ਲੱਗੇ ਤਾਂ ਖੁਸ਼ ਨਾ ਹੋਈਏ, ਘਰ ਤੁਹਾਡਾ ਵੀ ਨਾਲ ਹੀ ਹੈ, ਕਿਸੇ ਵੇਲੇ ਆ ਜੂਗੀ। ਸੋ ਇਹ ਕੋਈ ਪਤਾ ਨਹੀਂ, ਜਦੋਂ ਜ਼ਾਲਮ ਖੜੇ ਹੁੰਦੇ ਹੈ ਜਾਂ ਜਦੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਹੁੰਦੇ ਸੀਗੇ, ਉਹ ਚਰਚਲ, ਉਹਨਾਂ ਨੇ ਲਿਖਿਆ ਹੈਗਾ, ਉਹ ਕਹਿੰਦੇ ਜਦੋਂ ਜ਼ੁਲਮ ਹੁੰਦਾ ਨਾ, ਉਹ ਇੱਕ ਪੰਨੇ 'ਚ ਲਿਖਿਆ ਜਾਂਦਾ ਕਹਾਣੀ ਉਹਦੀ, ਪਰ ਜਿਨ੍ਹਾਂ ਨੇ ਝੱਲਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਉਹ ਕਿਹੋ ਜਿਹਾ ਸਮਾਂ ਸੀਗਾ। ਸੋ ਇਸ ਕਰਕੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਲੋਕ ਰਾਜ ਹੀ ਸਾਡੀ ਤਾਕਤ ਹੈ, ਲੋਕ ਰਾਜ ਹੀ ਜਿਹੜਾ ਅਸੀਂ ਅਚੀਵ ਕੀਤਾ, ਇੰਨੀਆਂ ਜਾਨਾਂ ਦੇ ਕੇ, ਕੁਰਬਾਨੀਆਂ ਦੇ ਕੇ। ਲੋਕ ਰਾਜ ਦੀ ਵਜ੍ਹਾ ਨਾਲ ਹੀ ਭਾਰਤ ਜਾਣਿਆ ਜਾਂਦਾ ਦੁਨੀਆ 'ਚ ਕਿ ਸਭ ਤੋਂ ਵੱਡਾ ਲੋਕ ਰਾਜ ਆ ਸੀ। ਤੇ ਜੇ ਉਸੇ ਲੋਕ ਰਾਜ ਨੂੰ ਢਾਹ ਕੋਈ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਰੇ ਭਾਰਤ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਸ ਤਾਕਤਾਂ ਨੂੰ ਪਛਾੜਿਆ ਜਾਵੇ।